ਸਤਿ ਸ਼੍ਰੀ ਅਕਾਲ ਜੀ। ਇਸ਼ਕੇ ਸਾਹਿਤ ਪੋਡਕਾਸਟ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਸੁਰਮੀਤ ਬਰਾੜ ਅਤੇ ਅੱਜ ਤੁਸੀਂ ਸੁਣੋਗੇ ਕਰਮਜੀਤ ਸਿੰਘ ਕੁੱਸਾ ਜੀ ਦਾ ਲਿਖਿਆ ਹੋਇਆ ਨਾਵਲ ਰੋਹੀ ਬੀਆਬਾਨ। ਕਾਂਡ 11। ਉਹੀ ਬੀਹੀ ਵੇੜਾ ਅਤੇ ਉਹੀ ਆਂਢ ਗੁਆਂਢ। ਉੱਧਰ ਚਲੇ ਜਾਣ ਨਾਲ ਗੋਰਾ ਪੜ੍ਹਾਈ ਵੱਲੋਂ ਘੇਸਲ ਹੀ ਮਾਰ ਗਿਆ। ਖਲ ਜਗਣ ਵਿੱਚ ਮਹਿੰਦਰੋ ਅਤੇ ਗਿੰਦਰ ਵੀ ਉਹਨੂੰ ਤਾੜ ਨਾ ਸਕੇ। ਉਹ ਐਸੀ ਲਿੱਚੀ ਮਾਰੀ ਇਮਤਿਹਾਨ ਨੇ ਦਿੱਤਾ। ਇਸ ਤਰ੍ਹਾਂ ਗੋਰੇ ਦੀ ਪੜ੍ਹਾਈ ਵੱਲੋਂ ਰਾਮ ਸੱਤ ਹੋ ਗਈ। ਗਿੰਦਰ ਚਾਹੁੰਦਾ ਸੀ ਗੋਰਾ ਦੁਬਾਰਾ ਸਕੂਲ ਜਾਣ ਲੱਗ ਪਵੇ, ਪਰ ਗੋਰੇ ਲਈ ਹੁਣ ਵਕਤ ਬਹੁਤ ਅੱਗੇ ਨਿਕਲ ਗਿਆ ਸੀ। ਘਰ ਦੇ ਉਹਨੂੰ ਔਖੇ ਕੰਮ ਵਿੱਚ ਨੜੇੜੀ ਰੱਖਦੇ, ਪਰ ਗੋਰਾ ਔਖਿਆਈ ਦੇ ਬਾਵਜੂਦ ਭੋਰਾ ਨਾ ਜਮਕਦਾ। ਕੋਨੇ ਮਾਸਟਰ ਦੀ ਯਾਦ ਆਉਂਦਿਆਂ ਹੀ ਉਹਦਾ ਚਿੱਤ ਭੈੜਾ ਪੈ ਜਾਂਦਾ। ਐਤਕੀ ਹਾੜੀ ਵੱਢਣ ਵੇਲੇ ਗਿੰਦਰ ਨੇ ਉਹਨੂੰ ਕੰਮ ਦਾ ਚੰਗਾ ਰਗੜਾ ਚਾੜਿਆ। ਓਲੀ 'ਚ ਨਾਲ ਬਿਠਾ ਲੈਂਦਾ। ਜੇ ਮਾੜਾ ਮੋਟਾ ਢਿੱਲਾ ਪੈਂਦਾ ਤਾਂ ਉਦੋਂ ਹੀ ਚਪੇੜ ਵਰਗੀ ਗੱਲ ਕਹਿੰਦਾ, ਕਿਉਂ ਫੇਕ ਫਿਰ ਪੰਜੀ ਦਾ ਭੌਣ, ਪੜ੍ਹਨਾ ਸੌਖਾ ਕਿ ਹਾੜੀ ਵੱਢਣੀ। ਗੋਰਾ ਸਿਰਫ ਅੱਗੋਂ ਕੱਚੀ ਜਿਹੀ ਮੁਸਕਾਨ ਚਿਹਰੇ 'ਤੇ ਲਿਆ ਕੇ ਸਿਕਰਾਏ ਬੁੱਲਾਂ 'ਤੇ ਜੀਭ ਫੇਰਦਾ। ਉਹ ਕਿਤੇ ਭੁੱਲਿਆ ਹੋਇਆ ਸੀ। ਸਕੂਲ 'ਚ ਦਰਖਤਾਂ ਦੀ ਛਾਵੇਂ ਬੈਠਣ ਨਾਲੋਂ ਹਾੜੀ ਵੱਢਣੀ ਕਿਤੇ ਨਰਕ ਸੀ। ਕਈ ਸਾਲ ਸਕੂਲ ਵਿੱਚ ਧੱਕੇ ਖਾਂਦਿਆਂ ਅਤੇ ਮਲਾਗਰ ਦੇ ਮੁੰਡੇ ਕੋਲ ਪੜ੍ਹਦਿਆਂ ਵੀ ਉਹਨੂੰ 60 ਤੋਂ ਅਗਾਂਹ ਲਿਖਣਾ ਨਹੀਂ ਆਇਆ ਸੀ। ਕਿਤਾਬ ਉਹ ਚੰਗੀ ਤਰ੍ਹਾਂ ਪੜ੍ਹ ਲੈਂਦਾ ਸੀ, ਪਰ ਹਿਸਾਬ 'ਚ ਉਹਦੇ ਕੱਖ ਪੱਲੇ ਨਹੀਂ ਪੈਂਦਾ ਸੀ। ਪਹਿਲਾਂ ਤਾਂ ਉਹਨੇ ਖੁਦ ਵੀ ਜ਼ੋਰ ਲਾਇਆ, ਪਰ ਜਮਾਤ ਨਾਲੋਂ ਪਿੱਛੇ ਰਹਿ ਜਾਣ 'ਤੇ ਉਸ ਦਾ ਮਨ ਵੀ ਕੰਨੀ ਕਤਰਾਉਣ ਲੱਗ ਪਿਆ। ਸਕੂਲੋਂ ਆ ਕੇ ਪੜ੍ਹਾਈ ਕਰਨ ਨਾਲੋਂ ਉਹਨੂੰ ਕੰਮ ਬਹੁਤਾ ਕਰਨਾ ਪੈਂਦਾ ਸੀ, ਅਤੇ ਰਾਤ ਨੂੰ ਉਹਦਾ ਥੱਕਿਆ ਹੰਬਿਆ ਸਰੀਰ ਕਿਤਾਬਾਂ ਨੂੰ ਦੇਖ ਕੇ ਧੁੜ-ਧੁੜੀਆਂ ਲੈਂਦਾ। ਉਸਦੇ ਸੰਗੀ ਸਾਰਜੈਂਟ ਮੈਂਟੂ, ਥੰਮਣ ਦਾ ਪੋਤਾ, ਟਾਹਲੀਆਂ ਵਾਲੇ ਸਾਧੂ ਦਾ ਮੁੰਡਾ 6ਵੀਂ 'ਚ ਹੋ ਗਏ ਸਨ। ਚੋਚਾ ਵੀ ਉਹਦੇ ਨਾਲੋਂ ਹੀ ਪੜ੍ਹਨੋਂ ਹਟ ਗਿਆ ਸੀ ਅਤੇ ਪੱਠੇ ਖੋਦ ਕੇ ਲਿਆਉਂਦਾ ਸੀ। ਸਾਰਜੈਂਟ ਉਹਨੂੰ ਦੱਸਦਾ ਹੁੰਦਾ ਸੀ ਕਿ ਟਾਹਲੀਆਂ ਵਾਲੇ ਸਾਧੂ ਦਾ ਮੁੰਡਾ ਅਤੇ ਥੰਮਣ ਦਾ ਪੋਤਾ ਵੀ ਪੜ੍ਹਾਈ 'ਚ ਫਾਡੀ ਹੀ ਹਨ। ਮੈਂਟੂ ਵੀ ਪੜ੍ਹਨ 'ਚ ਚੰਗਾ ਨਹੀਂ ਸੀ। ਉਹਨੂੰ ਉਸਦੇ ਘਰਦਿਆਂ ਨੇ ਨਾਨਕੀ ਛੱਡ ਦਿੱਤਾ ਸੀ। ਪਰ ਗੋਰਾ ਇੱਧਰ ਹਾੜੀ ਵੱਢਦਾ ਜਦੋਂ ਆਥਣੇ ਕਿਆਰੇ 'ਚ ਖੜਾ ਹੁੰਦਾ ਤਾਂ ਉਸਦਾ ਲੱਕ ਸਿੱਧਾ ਨਾ ਹੁੰਦਾ। ਮੌਰ ਵੀ ਇਉਂ ਅੰਬੇ ਪਏ ਹੁੰਦੇ ਜਿਵੇਂ ਸਾਰੀ ਦਿਹਾੜੀ ਮੋਢਿਆਂ 'ਤੇ ਭਾਰ ਢੋਂਦਾ ਰਿਹਾ ਹੋਵੇ। ਸਾਰੀ ਕਣਕ ਉਹਨੇ ਪਿੰਡ ਵਾਲੀ ਮਸ਼ੀਨ 'ਤੇ ਲੱਗੀ ਵੱਡੀ ਡਰਮੀ ਕੋਲ ਢੁਆਈ, ਫਿਰ 3 ਰਾਤਾਂ 'ਚ ਕੁਤਰਾਈ। ਭਾਵੇਂ ਨਾਲ ਇੱਕ ਦਿਹਾੜੀਆ ਵੀ ਸੀ, ਪਰ ਉਹਨੂੰ ਭੰਵਰੀ ਬਣਾਈ ਰੱਖਦਾ। ਸਾਰੀ ਤੂੜੀ ਉਹਨੇ ਸਿਰਾਂ ਉੱਤੇ ਕਰ ਸੁੱਟੀ, ਪਰ ਫਿਰ ਵੀ ਉਹ ਯਮਕਿਆ ਨਹੀਂ। ਕਣਕ ਕੱਢਦਿਆਂ ਸਾਰ ਹੀ ਗਿੰਦਰ ਨੇ ਰੂੜੀ ਖੇਤ ਪਾਉਣੀ ਸ਼ੁਰੂ ਕਰ ਦਿੱਤੀ। ਜੇਠ ਦਾ ਮਾਰੂ ਮਹੀਨਾ, ਸੂਰਜ 10 ਵਜਦੇ ਨੂੰ ਵਰਿਆਮ ਲੋਹਾਰ ਦੀ ਆਇਰਨ ਵਾਂਗ ਲਾਲ ਹੋ ਜਾਂਦਾ। ਮੁੜਕਾ ਨੱਕ ਤੋਂ ਹੁੰਦਾ ਹੋਇਆ ਖਾਰਾ ਮੂੰਹ ਵਿੱਚ ਆ ਪਾ ਜਾਂਦਾ। ਪਰ ਗੋਰਾ ਟੋਕਰੀਆਂ ਭਰ ਕੇ ਗੱਡੇ ਵਿੱਚ ਸੁੱਟੀ ਜਾਂਦਾ। ਗਿੰਦਰ ਕਹੀ ਨਾਲ ਟੋਕਰੇ ਇੱਕੋ ਸਾਹ ਭਰੀ ਜਾਂਦਾ। ਜਦ ਕਦੇ ਹੰਭ ਜਾਂਦਾ ਤਾਂ ਆਪਣੇ ਬਾਪੂ ਨੂੰ ਚੁਕਾਉਣ ਲੱਗ ਪੈਂਦਾ। ਮੁੜਕੇ ਨਾਲ ਭਿੱਜਿਆ ਝੱਗਾ ਜਦੋਂ ਸਰੀਰ ਨਾਲ ਚਿੰਬੜਦਾ ਤਾਂ ਸੂਰਜ ਦੀ ਬੰਦੇ ਬਚਾਓ ਧੁੱਪ ਨਾਲ ਪਿੰਡਾ ਸੜਨ ਲੱਗ ਪੈਂਦਾ। ਗੋਰਾ ਮੋਢਿਆਂ ਉੱਤੇ ਦੋਹਾਂ ਹੱਥਾਂ ਨਾਲ ਕਮੀਜ਼ ਉਗਾਸ ਕੇ ਵਾ ਲਿਆਉਂਦਾ। ਗਿੰਦਰ ਉਦੋਂ ਹੀ ਖਿੱਚਵੀਂ ਗੱਲ ਪਟਾਕ ਦੇਣੇ ਆਖਦਾ, ਆ ਜਾ ਮੱਲਾ, ਆ ਜਾ ਕੇਰਾ, ਹੁਣ ਐ ਕਸਮੇੜੇ ਜੇ ਨਾ ਲੈ, ਉੱਤੋਂ ਦਿਨ ਚੜ੍ਹਦਾ ਕਿ ਛਿਪਦਾ। ਗੋਰੇ ਦਾ ਚਿੱਤ ਪਹਿਲਾਂ ਹੀ ਅੱਕ ਕੇ ਕਚੂਚ ਹੁੰਦਾ, ਪਰ ਮੂੰਹੋਂ ਕੁਝ ਨਾ ਬੋਲਦਾ। ਉਸੇ ਤਰ੍ਹਾਂ ਕਸੇ ਜਿਹੇ ਚਿਹਰੇ ਨਾਲ ਟੋਕਰੀਆਂ ਗੱਡੇ ਵਿੱਚ ਸੁੱਟਣ ਲੱਗ ਪੈਂਦਾ। ਪਰ ਗਿੰਦਰ ਉਹਦੇ ਵੱਲ ਟੇਢੀ ਅੱਖ ਵੇਂਦਾ, ਫੇਰ ਤੁੜਕਦਾ, ਹੁਣ ਹੈ ਧੁੜਤੁੜੀਆਂ ਜਿਹੀਆਂ ਲੈਣਾ ਨਾ। ਇਹ ਰੋਡੂ ਸਾਧ ਨੇ ਦੱਸਿਆ ਬਈ ਇਹ ਧੰਦਾ ਜ਼ਰੂਰ ਪਿੱਟਣਾ, ਪੜਿਆ ਨਹੀਂ ਜਾਂਦਾ ਛਾਵੇਂ ਬਹਿ ਕੇ। ਕੋਲੋਂ ਲੰਘਦਿਆਂ ਮੁਖਤਿਆਰ ਮਦਰੇ ਨੇ ਆਖਿਆ, ਕਿਉਂ ਮੁੰਡੇ ਦੀਆਂ ਲੱਤਾਂ ਫਿੱਡੀਆਂ ਕਰਦਾ, ਦਿਹਾੜੀਆ ਪਾ ਲੈ, ਇੱਥੇ ਸਾਲੇ 5 ਸੂਤ ਹੀ ਨਹੀਂ ਆਉਂਦੇ। ਮੁੰਡੇ ਨੂੰ ਤਾਂ ਪੁੱਛ ਕੇ ਵੇਖ, ਗਿੰਦਰ ਨੇ ਕਹੀ ਰੋਕ ਕੇ ਰਾਹ ਵੱਲ ਵੇਂਦਿਆਂ ਕਿਹਾ। ਇਹ ਤਾਂ ਆਂਦਾ ਮੈਨੂੰ ਸਵਾਦ ਹੀ ਇਸੇ ਕੰਮ 'ਚ ਆਉਂਦਾ, ਆਪਾਂ ਵੀ ਅੱਗੋਂ ਢਿੱਲੇ ਨਹੀਂ। ਫਿਰ ਮੈਂ ਕਿਹਾ ਮੇਰੀ ਢੋਈ ਤੇ ਖੁਰਕ ਹੁੰਦੀ ਹੈ, ਦਿਹਾੜੀਏ ਤੋਂ ਛਿੱਲ ਲਵਾਂ ਉਹਨੂੰ। ਦਿਹਾੜੀਏ ਤਾਂ ਮੈਨੂੰ 15 'ਚ ਪੈਂਦਾ, 7 ਰੁਪਈਏ ਦਿਹਾੜੀ ਤੇ 8 ਦੇ ਰਾਸ਼ਨ ਨੂੰ ਚੂੜਾ ਥੁੱਕ ਲਾਊ, ਬਾਕੀ ਇਹਦੀ ਕਾਪੀ ਪਿਲਸ਼ਨ ਦਾ ਖਰਚਾ ਫੱਖ। ਫਿਰ ਆਪਾਂ ਕਿਉਂ ਖੱਤਾ ਲਾਈਏ। ਜਾਣ ਦਿਓ ਮੁੰਡਿਆ, ਮੁਖਤਿਆਰ ਨੇ ਜਿਵੇਂ ਸਮਝੌਤੀ ਦਿੱਤੀ। ਪੜ੍ਹ ਲੈ ਜੇ ਕਰਮਾਂ 'ਚ ਹੈ, ਕੀ ਲੈਣਾ ਇਸ ਕੁੱਤੇ ਕੰਮ ਤੋਂ। ਇਹ ਵੀ ਸਹੁਰਿਆਂ ਕੋਈ ਕੰਮਾਂ 'ਚੋਂ ਕੰਮ ਹੈ। ਇਹ ਤਾਂ ਜਦੋਂ ਤੇਰੀ ਸਲਾਹ ਹੋਈ ਪਿੱਟ ਲਈ, ਜਾਣ ਦੇ, ਛੱਡ ਖੇੜਾ। ਪਰ ਗੋਰਾ ਬੋਲਿਆ ਨਹੀਂ। ਗਿੰਦਰ ਨੇ ਉਹਨੂੰ ਕੰਮ ਵਿੱਚ ਇੰਨਾ ਖਿੱਚਿਆ ਕਿ ਉਹ ਮੁੜ ਸਕੂਲ ਜਾਣ ਲੱਗ ਪਵੇ, ਪਰ ਗੋਰੇ ਨੇ ਕੰਨਾ ਨਹੀਂ ਲਾਇਆ। ਇਹ ਦੇਖ ਕੇ ਗਿੰਦਰ ਨੇ ਹੋਰ ਵਿਉਂਤ ਬਣਾਈ। ਇੱਕ ਮੈਂ ਚੌਥੇ ਸੂਏ ਉਹਨਾਂ ਕੋਲ ਸੀ ਅਤੇ ਉਸਦੇ 2.5 ਵਰਿਆਂ ਦੀ 5 ਕੁਲਿਆਣੀ ਝੋਟੀ ਵਾਹਵਾ ਨਿਖਰਦੀ ਆਉਂਦੀ ਸੀ, ਪਰ ਵੰਡ ਵੜੇਵੇਂ ਦੀ ਤੋੜ ਕਾਰਨ ਝੋਟੀ ਦੀ ਟਹਿਲ ਸੇਵਾ ਨਹੀਂ ਹੋ ਸਕੀ। ਭਾਵੇਂ ਪੱਠੇ ਦੱਥੇ ਤਾਂ ਗਿੰਦਰ ਤੋੜਾ ਨਾ ਪੈਣ ਦਿੰਦਾ ਸੀ। ਜਦੋਂ ਗੋਰਾ ਉਹਨੂੰ ਪੜ੍ਹਾਈ ਵੱਲੋਂ ਕਿਸੇ ਤਣ ਪੱਤਨ ਨਾ ਲੱਗਦਾ ਦਿਸਿਆ, ਉਸ ਝੋਟੀ 700 ਦੀ ਵੇਚ ਦਿੱਤੀ।
ਕੁਝ ਕੋਲੋਂ ਪਾ ਕੇ ਕੁਝ ਹੋਰ ਭੰਨ ਕੱਢ ਕਰਕੇ ਇੱਕ ਮੈਂ ਹੋਰ 1500 ਦੀ ਖਰੀਦ ਲਈ ਤੇ ਡੇਅਰੀ ਦੁੱਧ ਪਾਉਣਾ ਸ਼ੁਰੂ ਕਰ ਦਿੱਤਾ। ਭਾਵੇਂ ਉਹ ਅੜੇ ਥੋੜੇ ਉਹ ਪਹਿਲਾਂ ਵੀ ਦੁੱਧ ਵੇਚਦੇ ਸਨ, ਗੋਰਾ ਮੱਝਾਂ ਬਾਹਰੇ ਖੇਤਾਂ 'ਚ ਚਾਰਨ ਲੱਗ ਪਿਆ। ਹਾੜ ਦੇ ਮੂਹਰਲੇ ਪੱਖ ਵਿੱਚ ਹੀ 2 ਚੰਗੇ ਛਰਾਟੇ ਪੈ ਗਏ ਸਨ ਤੇ ਵਿਹਲੇ ਪਏ ਕਣਕਾਂ ਦੇ ਵਾਣਾਂ 'ਚ ਵਾਹਵਾ ਘਾਹ ਉੱਗ ਆਇਆ ਸੀ। ਇਹ ਵਾਣ ਬਹੁਤੇ ਪੈਸੇ ਵੱਲੋਂ ਥੋੜ੍ਹੇ ਜੱਟਾਂ ਦੇ ਹੁੰਦੇ, ਕਿਉਂਕਿ ਹਾੜੀ ਕੱਢਣ ਸਾਰ ਹੀ ਝੋਨੇ ਦੀ ਲਵਾਈ ਦਾ ਜ਼ੋਰ ਪੈ ਜਾਂਦਾ ਸੀ। ਪਹਿਲਾਂ ਤਾਂ ਗੋਰੇ ਨੇ ਆਪਣੇ ਖੇਤਾਂ ਦੇ ਦੁਆਲੇ ਹੀ ਮੱਝਾਂ ਫੇਰਦਾ ਰਿਹਾ, ਫਿਰ ਉਹ ਟਾਣੀ 'ਚ ਰਲ ਕੇ ਦੂਰ ਵੀਲ ਜਾਣ ਲੱਗ ਪਿਆ ਸੀ। ਪਾਲੀ ਮੁੰਡਿਆਂ 'ਚ ਉਹਦੇ ਬਹੁਤੇ ਆੜੀ ਮਜਬੀਆਂ ਦਾ ਤਿਤਨੀ ਤੇ ਚਮਿਆਰਾਂ ਦਾ ਟਿਗਨਟ ਬਣ ਗਏ, ਕਿਉਂਕਿ ਜੱਟ ਮੁੰਡੀ ਹਾਰ ਨਾਲ ਗੋਰੇ ਦੀ ਸੱਥਰੀ ਨਹੀਂ ਪੈਂਦੀ ਸੀ। ਉਹ ਉਸ ਨਾਲ ਵੱਡੇ ਸਨ ਤੇ ਨਾਲੇ ਤਕੜੇ। ਨਿੱਕੀ ਉਮਰ ਦੇ ਮੁੰਡਿਆਂ ਨਾਲ ਧੱਕਾ ਕਰਨਾ ਤਾਂ ਉਹ ਆਪਣਾ ਹੱਕ ਸਮਝਦੇ। ਤਿਤਨੀ ਤੇ ਚਿਗਨਟ ਉਹਦੇ ਪਸ਼ੂਆਂ 'ਤੇ ਮੋੜੇ ਲਾ ਦਿੰਦੇ, ਪਰ ਜੱਟ ਮੁੰਡੇ ਸਗੋਂ ਉਹਦੇ ਮੋੜੇ ਲਾਉਣ ਦੀ ਵੀ ਝਾਕ ਰੱਖਦੇ। ਇਸੇ ਤਰ੍ਹਾਂ ਇੱਕ ਦਿਨ ਸੂਰਜ ਵਾਹਵਾ ਉੱਤਾ ਚੜ੍ਹ ਆਇਆ ਸੀ। ਧੁੱਪ ਚੁਭਣ ਲੱਗ ਪਈ ਸੀ। ਗੋਰੇ ਨੇ ਰੋਟੀ ਖਾ ਕੇ ਮੱਝਾਂ ਦੇ ਸੰਗਲ ਲਾਹੇ ਤੇ ਛੱਪੜ ਹੱਕ ਲਾਈਆਂ। ਮੱਝਾਂ ਚਾਰਨ ਵਾਲੇ ਮੁੰਡੇ ਬੋਹੜ ਥੱਲੇ ਬੈਠੇ ਉੱਚੀ ਉੱਚੀ ਗੱਲਾਂ ਕਰਦੇ ਹੱਸ ਰਹੇ ਸਨ। ਗੋਰੇ ਦੀਆਂ ਮਈਆਂ ਛੱਪੜ ਵਿੱਚ ਬੈਠੀਆਂ ਮੱਝਾਂ ਨੂੰ ਵੇਖ ਕੇ ਰਿੰਗੀਆਂ। ਫਿਰ ਉਹਨਾਂ ਪੂਛਾਂ ਚੱਕ ਕੇ ਦੜੰਗੇ ਮਾਰੇ ਤੇ ੜਾਂ ੜਾਂ ਕਰਦੀਆਂ ਭੱਜਦੀਆਂ ਛੱਪੜ ਵਿੱਚ ਜਾ ਵੜੀਆਂ। ਛੱਪੜ ਦੇ ਛਿਪਦੀ ਬੰਨਿਓ ਇੱਕ ਡੱਬ ਖੜੱਬੀ ਮੈਂ ਰਿੰਗਦੀ ਭੱਜੀ ਆਈ। ਉਹ ਛੜੱਪੇ ਮਾਰਦੀ ਮੁੜ ਗਈ। ਛੱਪੜ ਵਿੱਚੋਂ ਨਿੱਕੀਆਂ ਮੋਟੀਆਂ ਤੇ ਭਰੜਾਈਆਂ ਆਵਾਜ਼ਾਂ ਦਾ ਇੱਕ ਛਟਕਾਰਾ ਜਿਹਾ ਰਾਗ ਉੱਚਾ ਉੱਠ ਰਿਹਾ ਸੀ। ਗੋਰਾ ਬੋਹੜ ਹੇਠਾਂ ਆਇਆ ਤਾਂ ਜਮਾਦਾਰਾਂ ਦੇ ਵਾਹਵਾ ਪਠੀਰ ਹੋਏ ਮੁੰਡੇ ਮੱਖਣ ਨੇ ਆਖਿਆ, ਆ ਓਏ ਪੁੱਤ। ਗੋਰਾ ਸੰਗ ਗਿਆ। ਮੱਖਣ ਨੇ ਫੇਰ ਆਪਣਾ ਚਿੱਪੀ ਵਰਗਾ ਮੂੰਹ ਖੋਲ੍ਹਿਆ। ਅੱਜ ਤਾਂ ਪੁੱਤ ਪਟੋਲਾ ਹੀ ਬਣਿਆ ਫਿਰਦਾ। ਗੋਰਾ ਤੇ ਹੋਰ ਮੁੰਡਿਆਂ ਨਾਲੋਂ ਉਹ ਵੱਡਾ ਸੀ। ਉਂਝ ਵੀ ਜਮਾਦਾਰਾਂ ਦਾ ਮੁੰਡਾ ਹੋਣ ਕਰਕੇ ਤੇ ਘਰੋਂ ਕੁਝ ਸੂਤ ਹੋਣ ਕਰਕੇ ਦੂਜੇ ਮੁੰਡੇ ਉਹਦੀ ਭਿਆਨੀ ਭਰਦੇ ਸਨ। ਮੱਖਣ ਦੀਆਂ ਮੱਝਾਂ ਛੱਪੜ ਵਿੱਚੋਂ ਨਿਕਲ ਕੇ ਚੜ੍ਹਦੀ ਵੱਲ ਪਹੇ ਦੇ ਰਾਹ ਪੈ ਗਈਆਂ। ਉਹ ਆਪ ਮੁਹਾਰੀਆਂ ਪੂਛਾਂ ਚੁੱਕੀ ਰਿੰਗਦੀਆਂ ਵਾਹਵਾ ਵਗੀਆਂ ਜਾਂਦੀਆਂ ਸਨ। ਮੱਖਣ ਨੇ ਗੋਰੇ ਦੇ ਸੋਟੀ ਦੀ ਹੁੱਜ ਲਾਉਂਦਿਆਂ ਨਿਮਕੀ ਨਾਲ ਕਿਹਾ, ਜਾਈਓ ਗੋਰਿਆ ਭੱਜ ਕੇ ਬਾਈ ਬਣ ਕੇ। ਗੋਰੇ ਨੇ ਪਹਿਲਾਂ ਜੀਭ ਨਾਲ ਚਿੱਟ ਦੀ ਆਵਾਜ਼ ਕੱਢੀ, ਫਿਰ ਬੋਲਿਆ, ਮੈਂ ਕੀ ਕਰਾਂ, ਤੂੰ ਆਪੇ ਮੋੜ ਲਿਆ। ਜੋਬੜਾ, ਮੱਖਣ ਨੇ ਮੂੰਹ ਚਿੱਬਾ ਕਰਕੇ ਕਿਹਾ। ਵਿਚਾਰਾ ਜਿਹਾ ਬਣਦਿਆਂ ਆਖਿਆ, ਪਰ ਗੋਰਾ ਮੋਢੇ ਮਾਰ ਕੇ ਪਰਾਂ ਹੋ ਗਿਆ। ਭੈਣ ਦੇਣਿਆ ਮੌਤ ਪੈਂਦੀ ਏ ਮੋੜ ਕੇ ਲਿਆਉਂਦੇ ਨੂੰ, ਤੂੰ ਹੀ ਹੋਏਗਾ ਭੈਣ ਦੇਣਾ। ਮੱਖਣ ਉਸ ਵੱਲ ਗਹਿਰੀ ਤੱਕਣੀ ਝਾਕਿਆ, ਪਰ ਗੋਰਾ ਉਸੇ ਤਰ੍ਹਾਂ ਭਰਿਆ ਤੇ ਪੂਸਰਿਆ ਖਲੋਤਾ ਸੀ। ਮੱਝਾਂ ਮਗਰ ਜਾਂਦੇ ਮੱਖਣ ਨੇ ਉੱਚੀ ਦੇ ਕੇ ਕਿਹਾ, ਕੋਈ ਨਾ ਪੁੱਤ, ਅੱਜ ਲਾਵਾਂਗੇ ਤੇਰੀ ਖਬਰ, ਚੱਲੀ ਗਿਆ ਤੂੰ ਉੱਥੇ। ਗੋਰਾ ਮੂੰਹ ਵਿੱਚ ਹੀ ਬੁੜਬੁੜ ਕਰੀ ਗਿਆ, ਪਰ ਉੱਚੀ ਨਹੀਂ ਬੋਲਿਆ, ਮਤੇ ਮੱਖਣ ਮੋੜ ਆ ਕੇ ਉਹਨੂੰ ਝੰਬਣ ਹੀ ਨਾ ਲੱਗ ਪਵੇ। ਮੱਖਣ ਦੇ ਮੁੜਨ ਤੋਂ ਪਹਿਲਾਂ ਗੋਰੇ ਦੀਆਂ ਮੱਝਾਂ ਛੱਪੜ 'ਚੋਂ ਨਿਕਲ ਕੇ ਤਿਤਨੀ ਦੀਆਂ ਮੱਝਾਂ ਨਾਲ ਜਾ ਰਲੀਆਂ। ਉਹ ਤੀਆਂ ਵਾਲੀ ਥਾਂ 'ਚ ਉੱਗੇ ਮਾੜੇ ਮੋਟੇ ਤੇ ਮਿੱਧੇ ਜਿਹੇ ਘਾਹ ਨੂੰ ਮਾਰ ਰਹੀਆਂ ਸਨ। ਚਿਗਨਟ ਤੇ ਤਿਤਨੀ ਇੱਕ ਦੂਜੇ ਨੂੰ ਸੋਟੀਆਂ ਦੀਆਂ ਬੰਦੂਕਾਂ ਬਣਾ ਕੇ ਡਰਾਉਂਦੇ ਹੱਸ ਰਹੇ ਸਨ। ਫਿਰ ਤਿੰਨੋਂ ਜਣੇ ਰਲ ਕੇ ਮੱਖਣ ਤੇ ਉਹਦੇ ਯਾਰਾਂ ਦੀਆਂ ਚੁਗਲੀਆਂ ਕਰਨ ਲੱਗ ਪਏ। ਧੁੱਪ ਚੜ੍ਹਨ ਨਾਲ ਛੱਪੜ ਤੇ ਸੀੜ ਹੁੰਦੀ ਜਾਂਦੀ ਸੀ। ਗੋਰੇ ਹੁਰਾਂ ਨੇ ਵੀ ਆਪਣੇ ਪਸ਼ੂ ਤਾਰੂਆਣੇ ਦੇ ਖੇਤਾਂ ਵੱਲ ਹੱਕ ਲਏ ਸਨ। ਝੋਨੇ ਦੀ ਲਵਾਈ ਦਾ ਜ਼ੋਰ ਚੱਲ ਰਿਹਾ ਸੀ, ਪਰ ਕੁਝ ਕੁ ਜੱਟਾਂ ਦੇ ਵਾਣ ਵੇਲੇ ਰਹਿ ਜਾਂਦੇ। ਪਾਲੀ ਮੁੰਡੇ ਜੱਟਾਂ ਤੋਂ ਝਿੜਕਾਂ ਖਾਂਦੇ, ਪਰ ਇਹ ਸਾਰੇ ਇੰਨੇ ਢੀਠ ਬਣੇ ਹੁੰਦੇ ਕਿ ਰਾਹ ਨਾਲ ਲੱਗਦਿਆਂ ਪੈਲੀਆਂ ਦਾ ਉਜਾੜਾ ਕਰ ਹੀ ਜਾਂਦੇ। ਪਰ ਇੱਕ ਦਿਨ ਤਾਂ ਉਹਨਾਂ ਹੱਦ ਹੀ ਕਰ ਦਿੱਤੀ। ਦੁਪਹਿਰ ਤੋਂ ਬਾਅਦ ਬੱਦਲ ਘੋਰ ਉੱਠਿਆ। ਕਾਲੀਆਂ ਘਟਾਵਾਂ ਨੇ ਚਾਰ ਚੁਫੇਰਾ ਠੰਡਾ ਠਾਰ ਕਰ ਦਿੱਤਾ। ਮੁੰਡੇ ਤੇ ਪਸ਼ੂ ਇਸ ਨਸ਼ਿਆਏ ਜਿਹੇ ਮਾਹੌਲ ਵਿੱਚ ਚਾਂਵਲੇ ਜਿਹੇ ਫਿਰਦੇ ਸਨ। ਹਵਾ ਵਗਣ ਲੱਗ ਪਈ, ਬੱਦਲ ਖਿੰਡਣ ਲੱਗ ਪਏ, ਪਰ ਫਿਰ ਅਚਾਨਕ ਹੀ ਵਾਰ ਉੱਗ ਗਈ। ਮੀਂਹ ਫੜਾਕੀ ਲੈ ਆਇਆ। ਥੋੜ੍ਹਾ ਚਿਰ ਗੋਰੇ ਹੁਰੀ ਭੇਡੂ ਕੀ ਕਿੱਕਰ ਹੇਠ ਮੀਂਹ ਦੀ ਵਾਛੜ ਤੋਂ ਬਚਣ ਲਈ ਖੜੋਤੇ ਰਹੇ। ਮੱਝਾਂ ਪੈਂਦੇ ਮੀਂਹ ਵਿੱਚ ਮਸਤ ਹੋਈਆਂ ਚਰੀ ਗਈਆਂ, ਪਰ ਜਦੋਂ ਮੀਂਹ ਦੀ ਪੈਦੜ ਵਾਛੜ ਦੇ ਛੁਕਾਟੇ ਪਾਉਂਦੀ ਹਵਾ ਨਾਲ ਗੋਰੇ ਹੁਰੀ ਕੰਬਣ ਲੱਗ ਪਏ ਤਾਂ ਉਹਨਾਂ ਮਾਲ ਪਿੰਡ ਨੂੰ ਹੱਕ ਦਿੱਤਾ। ਸੂਬੇਦਾਰਾਂ ਦੇ ਖੇਤ ਕੋਲ ਆ ਕੇ ਗੋਰੇ ਦੀ ਮੈਂ ਮੱਲੋ ਮੱਲੀ ਵੂਰ ਕੇ ਸੂਬੇਦਾਰਾਂ ਦੀ ਵਾਹ ਨਾਲ ਝੂਮਦੀ ਚਰੀ ਵਿੱਚ ਜਾ ਵੜੀ। ਮੀਂਹ ਫੇਰ ਛਰਾਟੀ ਹੋ ਗਿਆ। ਅਜੇ ਅੱਧਾ ਕੁ ਘੰਟਾ ਬੀਤਿਆ ਸੀ, ਪਾਖਰ ਕਾ ਲੀਖਾ ਵਾਣੋ ਵਾਣੀ ਸਿੱਧਾ ਅਚਾਨਕ ਇਉਂ ਆ ਨਿਕਲਿਆ ਜਿਵੇਂ ਧਰਤੀ ਵਿੱਚੋਂ ਹੀ ਉੱਗ ਆਇਆ ਹੋਵੇ। ਉਹਨੇ ਵੇਖ ਕੇ ਤਿੱਕੜੀ ਦੇ ਸੋਤਰ ਸੁੱਕ ਗਏ। ਕਿਉਂ ਲਾ ਤੇ ਜਵਾਰ ਦੇ ਛਿੱਟੇ? ਮੁੰਡੇ ਕੀ ਕਹਿੰਦੇ? ਚੁੱਪ ਵੱਟ ਰੱਖੀ। ਡਰ ਨਾਲ ਉਹਨਾਂ ਨੂੰ ਹੁਣ ਗਿੱਲਿਆਂ ਕੱਪੜਿਆਂ ਵਿੱਚ ਪਾਲਾ ਲੱਗਣ ਲੱਗ ਪਿਆ ਸੀ। ਲੀਖਾ ਫੇਰੇ ਤੁੜਕਿਆ। ਚੱਕ ਦਿਓ ਤੇਲ 'ਚੋਂ ਕੌਡੀ, ਸੂਬੇਦਾਰ ਨੂੰ ਕਾਹਦੀ ਖੇਚਲ ਦੇਣੀ ਐ, ਨਿੱਤ ਗੰਜ ਤਪਾਉਣ ਦੀ, ਉਡਾ ਦਿਓ ਫੂਸੜੇ।
ਮੁੰਡਿਆਂ ਨੇ ਛੇਤੀ ਛੇਤੀ ਮੱਝਾਂ ਘੇਰ ਕੇ ਪਿੰਡ ਨੂੰ ਹੱਕ ਲਈਆਂ। ਅੱਧੀ ਕੁਨਾਲ ਵਿਚਲੀ ਚਰੀ ਮੱਝਾਂ ਨੇ ਉੱਤੋਂ ਪੋਗੇ ਵੱਢ ਵੱਢ ਉਹਨਾਂ ਨੂੰ ਐਂ ਥਿਆ ਕਰ ਦਿੱਤਾ ਸੀ ਜਿਵੇਂ ਇੱਥੇ ਝੋਟਿਆਂ ਦਾ ਭੇੜ ਹੁੰਦਾ ਰਿਹਾ ਹੋਵੇ। ਉਹਨਾਂ ਤਿੰਨਾਂ ਦੇ ਮੂੰਹ ਵੀ ਉਤਰ ਗਏ ਸਨ। ਡਰ ਦੂਰ ਭਜਾਉਣ ਲਈ ਉਹਨਾਂ ਨੇ ਆਪਸ 'ਚ ਹਾਸੇ ਜਿਹੇ ਨਾਲ ਗੱਲਾਂ ਕੀਤੀਆਂ। ਆ ਜਾਓ ਬਈ ਸਿਆਂ, ਅੱਜ ਮਿਲੂ ਦੱਖੂ ਦਾਣਾ। ਹੁਣ ਕਿਹੜਾ ਢੂਈਆਂ ਨੂੰ ਪੱਤੀਆਂ ਲਾ ਲਓ, ਚੱਲ ਕੇ ਠਿਕਾਣਾ ਦਿਓ। ਚੱਲ ਦੇਖੀ ਜਾਊ। ਐਂ ਸਿਰ ਮਾਰਿਆ ਜਿਵੇਂ ਇਹ ਘਟਨਾ ਉਹਦੇ ਲਈ ਕੋਈ ਚੀਜ਼ ਨਹੀਂ ਸੀ। ਪਾਖਰੇ ਕੇ ਲੀਖੇ ਨੇ ਸੂਬੇਦਾਰ ਨੂੰ ਜਾ ਦੱਸਿਆ ਤੇ ਸੂਬੇਦਾਰ ਨੇ ਉਲਾਂਭਾ ਦੇਣ ਦੀ ਥਾਂ ਪੰਚਾਇਤ ਇਕੱਠੀ ਕਰ ਲਈ। ਪੰਚ ਸਰਪੰਚ ਧਰਮਸ਼ਾਲਾ 'ਚ ਜੁੜ ਬੈਠੇ। ਮੁੰਡਿਆਂ ਦੇ ਘਰਦਿਆਂ ਨੂੰ ਸੱਦਾ ਭੇਜ ਕੇ ਬੁਲਾਇਆ। ਗਿੰਦਰ ਨੇ ਸਾਰਾ ਕਸੂਰ ਸਿਰ ਮੱਥੇ ਮਨਜ਼ੂਰ ਕਰਦਿਆਂ ਕਿਹਾ, ਦੇਖ ਵੀ ਪੰਚਾਇਤੇ, ਸਾਡੇ ਛੋਰਾਂ ਨੇ ਕਸੂਰ ਕੀਤਾ, ਇਹਦੀ ਸਜ਼ਾ ਵੀ ਜ਼ਰੂਰ ਮਿਲਣੀ ਚਾਹੀਦੀ ਹੈ। ਮੈਂ ਤਾਂ ਆਨਾ ਪਹਿਲਾਂ ਇਹਨਾਂ ਨੂੰ ਇੱਥੇ ਲੰਮੇ ਪਾਓ ਸਾਡੇ ਸਾਹਮਣੇ। ਉਹਨੂੰ ਪਤਾ ਸੀ ਇੱਥੇ ਨਰਮੀ ਹੀ ਕੰਮ ਕੱਢੇਗੀ, ਨਾਲੇ ਪੰਚਾਇਤ ਮੌਕਾ ਵੇਖ ਆਈ ਸੀ। ਤੂੰ ਹੀ ਦੱਸ ਫਿਰ ਕੀ ਕਰੀਏ? ਸਰਪੰਚ ਜਿਹੜਾ ਰਫਲ ਦੀ ਨਾਲ ਦੋਹਾਂ ਹੱਥਾਂ ਵਿੱਚ ਫੜੀ ਗੋਡਿਆਂ ਦੇ ਸੰਨ 'ਚ ਦੇਈ ਬੈਠਾ ਸੀ ਬੋਲਿਆ, ਮੈਂ ਤਾਂ ਫਿਰ ਇੱਕੋ ਹੀ ਗੱਲ ਕਹਿਣਾ ਹੈ, ਜੇ ਤੁਸੀਂ ਸਾਨੂੰ ਦੰਨ ਲਾਉਣੇ ਹੈ ਤਾਂ ਚੀਜ਼ ਸਦਕੇ ਸਿਰ ਮੱਥੇ ਮਨਜ਼ੂਰ ਹੈ, ਜੇ ਚਾਚਾ ਆਖੇ। ਗਿੰਦਰ ਨੇ ਹੱਥ ਦਾ ਇਸ਼ਾਰਾ ਸੂਬੇਦਾਰ ਵੱਲ ਕਰਿਆ। ਜਿੰਨਾ ਥਾਂ ਪਸ਼ੂ ਨੇ ਖਰਾਬ ਕਰਿਆ ਓਨੀ ਅਸੀਂ ਚਰੀ ਦੇ ਦਿੰਨੇ ਆ। ਆ ਬਈ ਸਾਰਿਆਂ ਨਾਲੋਂ ਫੈਂਸ਼ੀ ਗੱਲ ਹੈ। ਜੁੜੇ ਹੋਏ ਬੰਦੇ ਆਪ ਮੁਹਾਰੇ ਬੋਲਣ ਲੱਗ ਪਏ ਤੇ ਕਈਆਂ ਨੇ ਮਗਰ ਨੂੰ ਸਿਰ ਭਵਾ ਕੇ ਆਪਣੀ ਗੱਲ ਦਾ ਹੁੰਗਾਰਾ ਮੰਗਿਆ। ਕਿਉਂ ਬਈ ਸਰਦਾਰਿਆ? ਸਰਪੰਚ ਨੇ ਤਿਤਨੀ ਦੇ ਪਿਓ ਨੂੰ ਪੁੱਛਿਆ। ਪਰ ਚਿਗਨਿਟ ਅਤੇ ਤਿਤਨੀ ਦੇ ਪਿਓ ਦੀ ਸਮੱਸਿਆ ਇਹ ਸੀ, ਉਹ ਚਰੀ ਕਿੱਥੋਂ ਦੇਣ, ਉਹ ਹਾਂ ਕਿਵੇਂ ਕਰਨ? ਸਰਦਾਰਾ ਖੁਦ ਹੀ ਔਖਾ ਹੋਇਆ ਬੈਠਾ ਸੀ। ਮੈਂ ਤਾਂ ਸੱਚੀ ਪੁੱਛੋ ਚੌਧਰੀ, ਚੰਦਰੀ ਔਲਾਦ ਤੋਂ ਇੰਨਾ ਦੁਖੀਆਂ ਵੀ ਕੁਛ ਕਹਿ ਹੀ ਨਹੀਂ ਸਕਦੇ। ਉਹ ਤਾਂ ਸਰਦਾਰਾ ਸਿਆਂ, ਗਿੰਦਰ ਦੇ ਘਰਾਂ 'ਚੋਂ ਲੱਗਦੇ ਚਾਚੇ ਤੇਲੂ ਦੇ ਬਾਪੂ ਠਾਕਰ ਨੇ ਆਖਿਆ, ਜੇ ਆਪਾਂ ਬੀਜਿਆ ਉਹ ਹੀ ਵੱਢਣਾ। ਪਰ ਤੂੰ ਇਹ ਦੱਸ, ਤੈਨੂੰ ਹੁਣ ਕਿਹੜੀ ਗੱਲ ਮਨਜ਼ੂਰ ਹੈ? ਸਰਦਾਰਾ ਕੀ ਆਖਦਾ ਚੁੱਪ ਕਰ ਗਿਆ। ਪਰ ਇਹ ਵੀ ਗਿੰਦਰ ਨੇ ਨਿਬੇੜ ਦਿੱਤੀ। ਚਰੀ ਸਾਰੀ ਉਹਨੇ ਦੇਣੀ ਮੰਨ ਲਈ। ਇਹਦੇ ਵਿਗ ਵਿੱਚ ਸਰਦਾਰਾਂ ਤੇ ਗੱਜਣ ਉਹਦੇ ਨਾਲ ਦਿਹਾੜੀਆਂ ਲਵਾ ਦੇਣਗੇ। ਫਿਰ ਮੁੰਡਿਆਂ ਦੇ ਬਾਲੀ ਵਾਰਸਾਂ ਨੂੰ ਚੇਤਾਵਨੀ ਕਰਦਿਆਂ ਸਾਰੇ ਆਪੋ ਆਪਣੇ ਗਾੜ ਪਾਉਣ ਲੱਗ ਪਏ ਕਿ ਜੇ ਮੁੰਡਿਆਂ ਨੇ ਅਗਾਂਹ ਨੂੰ ਅਜਿਹੀ ਕੋਈ ਇਲਤ ਕੀਤੀ ਤਾਂ ਨਤੀਜਾ ਬੁਰਾ ਨਿਕਲੂਗਾ। ਗਿੰਦਰ ਹੋਰਾਂ ਮੁੰਡਿਆਂ ਨੂੰ ਮਾੜਾ ਮੋਟਾ ਘੂਰਿਆ, ਪਰ ਉਹਨਾਂ ਆਪਣੀ ਤਿਕੜੀ ਨਾ ਪੰਨੀ। ਫਿਰ ਉਸੇ ਤਰ੍ਹਾਂ ਮੱਝਾਂ ਬਾਹਰ ਲਿਜਾਣ ਲੱਗ ਪਏ ਤੇ ਸਾਰੀ ਦਿਹਾੜੀ ਮਈਆਂ ਬਾਹਰ ਹੀ ਰੱਖਦੇ। ਖਾ ਕੇ ਦੁਪਹਿਰਾਂ ਦੀਆਂ ਲੜ ਬੰਨ ਲੈਂਦੇ ਤੇ ਬਾਹਰ ਨੂੰ ਛਿੜਨ ਤੋਂ ਪਹਿਲਾਂ ਮੱਝਾਂ ਘੰਟਾ ਡੇਢ ਘੰਟਾ ਛੱਪੜ ਵਿੱਚ ਡੋਬੀ ਰੱਖਦੇ। ਮਾਲ ਮਗਰ ਫਿਰਦੇ ਫਰਾਉਂਦੇ ਦੁਪਹਿਰ ਹੁੰਦੀ ਤੱਕ ਉਹ ਤਾਰੂ ਆਣੇ ਵਾਲੀ ਬੁੱਢੀ ਕਿੱਕਰ ਹੇਠ ਆ ਜਾਂਦੇ। ਇਹ ਕਿੱਕਰ ਟਿੱਬੇ ਦੇ ਵਿਚਾਲੇ ਤੇ ਐਨ ਸਿਰੇ ਤੇ ਖੜੋਤੀ ਤਿੱਖੜ ਦੁਪਹਿਰੇ ਆਪਣੇ ਉੱਤੇ ਚੱਲਦੀ ਸੀ। ਜੇਠ ਹਾੜ ਦੀ ਦੁਪਹਿਰ ਵਿੱਚ ਉੱਥੇ ਹਾੜ ਬੋਲਦਾ ਸੀ। ਨੇੜੇ ਤੇੜੇ ਕੋਈ ਸੰਘਣੀ ਛਾਂ ਵਾਲਾ ਦਰਖਤ ਵੀ ਨਹੀਂ ਸੀ। ਮੱਝਾਂ ਕਿੱਕਰ ਦੀ ਚਿੱਤ ਕਬਰੀ ਛਾਂ ਹੇਠ ਉਗਾਲੇ ਪੈ ਜਾਂਦੀਆਂ ਤੇ ਉਹ ਡੰਡਾ ਡੁੱਕ ਖੇਡਣ ਲੱਗ ਜਾਂਦੇ। ਇਸ ਖੇਡ ਵਿੱਚ ਡੰਡਾ ਧਰਤੀ ਉੱਤੇ ਪਿਆ ਰਹਿੰਦਾ। ਜਿਸ ਮੁੰਡੇ ਸਿਰ ਦਾਈ ਹੁੰਦੀ ਉਹ ਡੰਡੇ ਦੀ ਰਾਖੀ ਬੈਠਦਾ, ਪਰ ਨਾਲ ਦੀ ਨਾਲ ਕਿੱਕਰ ਉੱਤੇ ਚੜੇ ਮੁੰਡਿਆਂ ਨੂੰ ਛੂੰਹਦਾ ਵੀ। ਜੋ ਉਹ ਡੰਡੇ ਨੂੰ ਬਚਾਈ ਰੱਖਦਿਆਂ ਕਿਸੇ ਮੁੰਡੇ ਦੇ ਹੱਥ ਲਾ ਲੈਂਦਾ ਤਾਂ ਦਾਈ ਉਸ ਮੁੰਡੇ ਦੀ ਆ ਜਾਂਦੀ। ਪਰ ਜੇ ਕਿੱਕਰ ਤੇ ਚੜੇ ਹੋਏ ਮੁੰਡਿਆਂ 'ਚੋਂ ਕੋਈ ਪਲੂਮਣਾ ਥਾਣੀ ਉੱਤਰ ਕੇ ਉਸ ਦੀਆਂ ਅੱਖ ਬਚਾ ਕੇ ਡੰਡਾ ਚੁੱਕ ਲੈਂਦਾ ਤੇ ਸੱਜੀ ਲੱਤ ਹੇਠ ਦੀ ਕੱਢ ਕੇ ਮੂੰਹ ਨਾਲ ਚੁੰਮਦਾ ਤਾਂ ਦਾਈ ਦੇ ਰਹੇ ਮੁੰਡੇ ਸਿਰ ਇੱਕ ਹੋਰ ਬਾਜੀ ਚੜ ਜਾਂਦੀ। ਭਾਦੋਂ ਚੜ੍ਹਦਿਆਂ ਹੀ ਉਹ ਹੋਰ ਕਈ ਕਤਿੱਤਾਂ ਸਿੱਖ ਗਏ ਸਨ। ਇਹ ਕਤਿੱਤ ਗੋਰੇ ਨੂੰ ਹੀ ਸੁੱਜੀ ਸੀ। ਉਹ ਖੱਖੜੀ ਦੇ ਫੁੱਟਾਂ ਵਾਂਗ ਖਿੜੀਆਂ ਕਪਾਹ ਦੇ ਲਾਗੇ ਮਾਲ ਰੱਖਦੇ ਤੇ ਅੱਖ ਬਚਾ ਕੇ ਪਾਣੀ ਪੀਣ ਵਾਲੇ ਡੱਬਿਆਂ ਵਿੱਚ ਕਪਾਹ ਦੇ ਰੁੱਗ ਤੁੰਨ ਲੈਂਦੇ। ਫਿਰ ਜਦੋਂ ਮੱਝਾਂ ਛੱਪੜ ਵਿੱਚ ਜਾ ਵੜਦੀਆਂ ਤੇ ਮਜਬੀਆਂ ਦੇ ਵੇੜੇ ਫੌਜੀ ਦੀ ਦੁਕਾਨ ਤੇ ਵੇਚ ਕੇ ਮਿੱਠੀਆਂ ਪਕੌੜੀਆਂ, ਮਖਾਣੇ ਤੇ ਪਤਾਸੇ ਖਾਂਦੇ। ਹੁਣ ਤਾਂ ਫੌਜੀ ਸ਼ਹਿਰੋਂ ਕਈ ਦਿਨਾਂ ਦੀ ਸੜੀ ਬੁਸੀ ਬੇਸਣ ਦੀ ਬਰਫੀ ਵੀ ਲਿਆ ਰੱਖਦਾ ਸੀ। ਇਹ ਖੇਡ ਤਾਂ ਵਾਵਾ ਮੱਗ ਗਈ। ਇੱਕ ਦਿਨ ਨੰਬਰਦਾਰਾਂ ਦੇ ਨਿੰਦਰ ਨੇ ਉਹਨਾਂ ਉੱਤੇ ਸ਼ੱਕ ਕੀਤੀ, ਤੁਸੀਂ ਕਪਾਹਾਂ ਦੇ ਨਾਲ ਮਾਲ ਲਾ ਕੇ ਕਪਾਹ ਚੜ੍ਹਦੇ ਹੋਏ? ਤੇ ਮਗਰੋਂ ਉਹ ਇਹ ਵੀ ਕਹਿ ਦਿੱਤਾ, ਨਾਲੇ ਕਿਸੇ ਜੱਟ ਤੋਂ ਜੜਾ ਤੇ ਹੂਰੇ ਖਾਓਗੇ, ਧਿਆਨ ਕਰ ਲੈ ਕੁਛ ਤੁਸੀਂ। ਹੌਲੀ ਹੌਲੀ ਉਹ ਇੰਨੇ ਗਿੱਜ ਗਏ ਕਿ ਖਾਓ ਪੀਓ ਤੋਂ ਬਾਅਦ ਲੋਕਾਂ ਦੀ ਕਪਾਹਾਂ ਚੁਗ ਲਿਆਉਂਦੇ। ਅਜੇ ਤੱਕ ਕਿਸੇ ਜੱਟ ਤੋਂ ਫੜੇ ਨਹੀਂ ਗਏ ਸਨ ਕਿਉਂਕਿ ਥੋੜ੍ਹੀ ਚੋਰੀ ਕਰਦੇ ਸਨ। ਪਰ ਘਰ ਮਹਿੰਦਰੋਂ ਗੋਰੇ ਨੂੰ ਝਿੜਕਣ ਲੱਗ ਪਈ ਸੀ, ਤੂੰ ਅੱਧੀ ਰਾਤ ਤੱਕ ਕਿੱਥੇ ਧੱਕੇ ਖਾਨਾ ਵੇ? ਮੋੜ ਤੇ ਬੈਠੇ ਹੁੰਨੇ ਆ, ਹੋਰ ਧੱਕੇ ਖਾਨਾ ਮੈਂ ਖੂਹ 'ਚ ਬੈਠੇ ਹੁੰਨੇ ਆ ਮੋੜ ਤੇ ਤੁਸੀਂ। ਤੂੰ ਆ ਸਮਝ ਜਾ, ਜਿੱਦੇ ਅਗਲਿਆਂ ਫੜ ਲਿਆ ਕੁੱਟ-ਕੁੱਟ ਕੇ ਜੱਟ ਲਾਂਘਾ ਕਰ ਦੇਣਗੇ। ਕਿਵੇਂ ਕਰ ਦੇਣਗੇ ਲਾਂਘਾ? ਗੋਰਾ ਜਿਹੜਾ ਪੀੜੀ ਤੇ ਬੈਠਾ ਤੱਤੇ ਪਾਣੀ ਨਾਲ ਹੱਥ ਪੈਰ ਧੋ ਰਿਹਾ ਸੀ, ਖਿੱਲ ਵਾਂਗ ਬੁੜਕਿਆ। ਗਿੰਦਰ ਪਸ਼ੂਆਂ ਨੂੰ ਪੱਠੇ ਪਾਉਂਦਾ ਫਿਰ ਰਿਹਾ ਸੀ। ਐਵੇਂ ਨਾ ਔਖੀਓ,
ਮੁੰਡਾ ਹੁਣ ਤੇਰਾ ਗੱਭਰੂ ਹੋ ਗਿਆ, ਹੁਣ ਇਹਦੇ ਕੰਡ ਫੁੱਟਦਾ, ਜਵਾਨੀ ਚੜ੍ਹਦੀ ਹੈ। ਆ ਫੁੱਟਦਾ ਕੰਡ, ਨਾਲੇ ਇਹਦੇ ਗੱਭਰੂ ਪਟਾਣੇ ਦਾ ਕੋਈ ਚੰਦ ਚੜਿਆ ਲੈ। ਚੰਗਾ। ਗੋਰੇ ਨੇ ਪੀੜੀ ਤੇ ਉੱਡਦਿਆਂ ਆਨੇ ਕਰਦਿਆਂ ਮੂੰਹ ਚਿੱਬੜ ਵਰਗਾ ਕਰ ਲਿਆ। ਚੜਿਆ ਲੈ ਚੰਦ, ਆਪਦਿਆਂ ਮਾਰੀ ਜਾਊਗੀ, ਬਾਹਲੀ ਸਿਆਣੀ। ਤੂੰ ਕੁਛ ਨਾ ਭਾਲ। ਗੋਰਾ ਤਾਂ ਜਵਾਨ ਲਹੂ ਵਾਂਗ ਮੱਚਦਾ ਬਾਹਰ ਨੂੰ ਤੁਰ ਗਿਆ। ਮਗਰੋਂ ਕਿੰਨਾ ਚਿਰ ਮਹਿੰਦਰੋਂ ਗਿੰਦਰ ਨੂੰ ਉਹਦੇ ਕੁਲੱਛਣਾਂ ਬਾਰੇ ਦੱਸਦੀ ਰਹੀ, ਪਰ ਗਿੰਦਰ ਨੇ ਅੱਗੋਂ ਕੰਨ ਮੁੱਢ ਮਾਰ ਛੱਡਿਆ। ਅਸਲ ਵਿੱਚ ਉਹਨੂੰ ਖੁਦ ਅਜਿਹੀਆਂ ਮਾੜੀਆਂ ਮੋਟੀਆਂ ਕਿੱਤਾਂ ਦੀ ਆਦਤ ਸੀ। ਦਿਨ ਦੇ ਛਿਪਾ ਨਾਲ ਗੁਆਂਢੀ ਖੇਤਾਂ ਵਿੱਚੋਂ ਸਰੋਂ ਦਾ ਸਾਗ ਤੋੜ ਲੈਣਾ, ਪੱਠੇ ਵੱਢ ਲੈਣੇ, ਹੋਰ ਜੋ ਵੀ ਚੀਜ਼ ਹੱਥ ਲੱਗਣੀ ਕੱਛੇ ਮਾਰ ਤੁਰਨਾ। ਕਈ ਵਾਰ ਸ਼ਰੀਕਾਂ ਤੋਂ ਝੰਡ ਵੀ ਕਰਾਈ, ਪਰ ਰੱਸੇ ਚੱਬਣ ਦੀ ਆਦਤ ਨਹੀਂ ਜਾਂਦੀ ਸੀ। ਗਿੰਦਰ ਨੂੰ ਵਿਰਸੇ ਵਿੱਚੋਂ ਸਾਰਾ ਹੀ ਪੌਣਾ ਕਿੱਲਾ ਆਉਂਦਾ ਸੀ, ਪਰ ਫਿਰ ਵੀ ਉਹ ਜ਼ਮੀਨ ਬਿਠਾਈ ਠੇਕੇ ਉੱਤੇ ਲੈ ਕੇ ਗੱਡੀ ਗੇੜੀ ਰੱਖਦਾ। ਗੁਆਂਢ ਥੰਮਣ ਦੇ ਮੁੰਡਿਆਂ ਨਾਲ ਆਪਣੇ 2.5 ਕਿੱਲੇ ਬਿਲੇ ਲਵਾ ਦਿੱਤੇ ਸਨ। ਸਾਰੇ ਅਗਵਾੜ ਨੂੰ ਇਹ ਸਮਝ ਨਹੀਂ ਆਉਂਦੀ ਸੀ ਉਹਨਾਂ ਦੀ ਜ਼ਮੀਨ ਗਈ ਕਿੱਧਰ। ਉਹਨਾਂ ਨੂੰ ਕੋਈ ਭਾਰਾ ਵੈਲ ਵੀ ਨਹੀਂ ਸੀ, ਕੋਈ ਵਿਆਹ ਸਾਹ ਵੀ ਉਹਨਾਂ ਨੇ ਵਧੀਆ ਨਹੀਂ ਕੀਤਾ ਸੀ। ਇਹ ਦੇਖ ਕੇ ਗਿੰਦਰ ਉਹਨਾਂ ਨੂੰ ਆਪਣੇ ਆਪ ਤੋਂ ਵਧੀਆ ਸਮਝਦਾ, ਪਰ ਕਤਿੱਤ ਵਰਗੀ ਆਦਤ ਉਹ ਜਿਉਂ ਦੀ ਤਿਉਂ ਹੀ ਸੀ। ਐਤਕੀ ਹਾੜੀ ਬੀਜਣ ਤੋਂ ਮਗਰੋਂ ਜਦੋਂ ਅਜੇ ਕਣਕ ਨੂੰ ਪਹਿਲਾਂ ਹੀ ਪਾਣੀ ਲਾਉਣਾ ਸੀ ਤਾਂ ਗਿੰਦਰ ਦੇ ਇੰਜਣ ਦਾ ਪਟਾ ਕੱਸ ਕੇ ਟੁੱਟ ਗਿਆ। 10 ਕੁ ਵਜੇ ਰਾਤ ਨੂੰ ਗਿੰਦਰ ਮੋੜ ਉੱਤੇ ਬੈਠੇ ਮੁੰਡਿਆਂ ਕੋਲੋਂ ਉੱਠ ਕੇ ਆਇਆ। ਪੰਚਾਇਤ ਨੇ ਨਵੀਂ ਸਰਕਾਰ ਦੇ ਹੁਕਮ ਮੁਜਬ ਮੋੜਾਂ ਉੱਤੇ ਬਿਜਲੀ ਦੇ ਬਲਬ ਫਿੱਟ ਕਰਾਏ ਸਨ। ਮੰਡੀਹਰ ਚਾਨਣੇ ਅੱਧੀ ਅੱਧੀ ਰਾਤ ਤੱਕ ਹਾਸਰ ਪਾਉਂਦੀ ਰਹਿੰਦੀ। ਜਿਉਂ ਹੀ ਗਿੰਦਰ ਆਪਣੇ ਬਾਰ ਕੋਲ ਆਇਆ ਤਾਂ ਮਲਾਗਰ ਦੀ ਸਾਹਮਣੀ ਬੈਠਕ ਵਿੱਚੋਂ ਚਾਨਣ ਬਾਰੀਆਂ ਦੀਆਂ ਚੀਥਾਂ ਵਿੱਚ ਦੀ ਬਾਹਰ ਬੀਹੀ ਤੇ ਪੈ ਰਿਹਾ ਸੀ। ਪਹਾੜਾਂ ਕੋਈ ਗੀਤ ਗੁਣਗੁਣਾ ਰਿਹਾ ਸੀ। ਉਦੋਂ ਛੋਟਾ ਬਿਮਾਰੀ ਦਾ ਪੰਨਿਆ ਮੋੜ ਉੱਤੇ ਮੁਰਕੜੀ ਮਾਰੀ ਬੈਠਾ ਸੀ। ਇਹ ਵੇਖ ਕੇ ਗਿੰਦਰ ਦੇ ਮਨ 'ਚ ਫੁਰਨਾ ਫੁਰਿਆ ਤੇ ਮਨ ਚਾਂਬੜਾ ਪਾਉਣ ਲੱਗ ਪਿਆ। ਉਦੋਂ ਹੀ ਚੜ੍ਹਦੀ ਵਾਲੇ ਪਾਸਿਓਂ ਗਿੰਦਰ ਦੇ ਚਾਚੇ ਦਾ ਪੁੱਤ ਦੇਬੂ ਆ ਗਿਆ। ਬਿੰਦ ਝੱਟ ਉਹਦੇ ਨਾਲ ਗੱਲਾਂ ਮਾਰਦਾ ਰਿਹਾ, ਫਿਰ ਉੱਚੀ ਦੇ ਕੇ ਸੁਣਾ ਕੇ ਕਿਹਾ, ਚੰਗਾ ਬਈ ਫੱਕਰਾ, ਪੈਨੇ ਆ ਮੰਜੇ ਤੇ, ਸਾਰੀ ਦਿਹਾੜੀ ਹੱਡ ਹੰਬ ਜਾਂਦੇ ਐ। ਤੇ ਉਸ ਜ਼ੋਰ ਨਾਲ ਤਖਤਾ ਖੜਕਾ ਕੇ ਬਾਹਰ ਖੋਲ੍ਹਿਆ। ਬਿੰਦਕੂ ਅੰਦਰ ਬਾਹਰ ਖਲੋਤਾ ਰਿਹਾ, ਫਿਰ ਉਸ ਮਲਕੂ ਦੇ ਬਾਹਰ ਬੇੜਿਆ ਤੇ ਕੀ ਪਾੜਾ ਸਮਝੇ ਗਿੰਦਰ ਅੰਦਰ ਚਲਾ ਗਿਆ ਹੈ। ਪਰ ਬਾਹਰ ਨਿਕਲ ਕੇ ਟਾਹਲੀਆਂ ਵਾਲੇ ਸਾਧੂ ਦੇ ਸੁੰਨੇ ਘਰ ਵਿੱਚ ਦੀ ਢਈ ਹੋਈ ਕੰਧ ਟੱਪ ਕੇ ਮਲਾਗਰ ਦੇ ਸੁੰਨੇ ਘਰ 'ਚ ਜਾ ਵੜਿਆ। ਉਸ ਹਨੇਰੇ 'ਚ ਅੱਖਾਂ ਪਾੜ ਕੇ ਦਲਾਨ ਵੱਲ ਦੇਖਿਆ। ਬਾਹਰੋਂ ਫਿੜਕਾ ਲੱਗਿਆ ਹੋਇਆ ਸੀ। ਅੰਦਰੋਂ ਅਚਾਨਕ ਰੱਜੀ ਹੋਈ ਮੈਨੇ ਫਰਾਟਾ ਮਾਰਿਆ। ਗਿੰਦਰ ਤੰਦਕ ਗਿਆ। ਫਿਰ ਉਸ ਕਾਲੇ ਕਦਮੀ ਮਸ਼ੀਨ ਵਾਲੇ ਵਿੱਚੋਂ ਟੋ ਕੇ ਪਟਾ ਕੱਛ ਹੇਠ ਦੇ ਲਿਆ ਤੇ ਉਸੇ ਤਰ੍ਹਾਂ ਬਚਦਾ ਬਚਾਉਂਦਾ ਸਾਧੂ ਦੇ ਘਰ ਵਿੱਚ ਦੀ ਵੱਡੀ ਬੀਹੀ ਵਿੱਚ ਆ ਗਿਆ। ਜਿਉਂ ਹੀ ਉਹ ਥੰਮਣ ਦਾ ਬਾਹਰ ਟੱਪਿਆ ਤਾਂ ਮਲਾਗਰ ਦੀ ਬੀਹੀ ਵਾਲਾ ਬਾਹਰ ਖੜਕਿਆ। ਉਹਨੇ ਪੈਰ ਮਲਿਆ ਤੇ ਪਿਛਾਂਹ ਮੁੜਨ ਬਾਰੇ ਸੋਚਿਆ, ਪਰ ਉਦੋਂ ਨੂੰ ਪਾੜਾ ਬਾਰ ਵਿੱਚ ਆ ਗਿਆ ਸੀ। ਇਧਰਲੇ ਮੋੜ ਵਾਲੇ ਬਲਬ ਨਾਲ ਸਾਰੀ ਬੀਹੀ 'ਚ ਚਿੱਟਾ ਦਿਨ ਚੜਿਆ ਪਿਆ ਸੀ। ਉਹਨੇ ਚਿੱਤ 'ਚ ਪੰਚਾਇਤ ਨੂੰ ਮਾਂ ਦੀ ਗਾਲ ਕੱਢੀ ਤੇ ਇੱਕ ਪਾੜੇ ਨੂੰ, ਜਿਹੜਾ ਬੇਮਤਲਬ ਹੀ ਬਾਹਰ ਖੋਲ੍ਹ ਲੈਂਦਾ ਸੀ। ਇਹਨਾਂ ਸੋਚ ਹੀ ਉਹ ਸਹਿਮਿਆ ਜਿਹਾ ਆਪਣੀ ਕੰਧ ਨਾਲ ਲੱਗਿਆ ਤੁਰਿਆ ਗਿਆ। ਪਾੜਾ ਉਹਦੇ ਵੱਲ ਧਿਆਨ ਗੱਡੀ ਦੇਖ ਰਿਹਾ ਸੀ, ਪਰ ਬੋਲਿਆ ਕੁਝ ਨਹੀਂ। ਗਿੰਦਰ ਨੇ ਅੰਦਰ ਵੜ ਕੇ ਪਟਾ ਤਖਤੇ ਨਾਲ ਹੀ ਰੱਖ ਦਿੱਤਾ। ਪਤਾ ਨਹੀਂ ਉਹਦੇ ਮਨ ਵਿੱਚ ਕੀ ਆਈ। ਅਗਾਂਹ ਲੰਘਣ ਦੀ ਥਾਂ ਉਹ ਬਾਹਰ ਵਿੱਚ ਬੀਹੀ ਵਿੱਚ ਮੋੜ ਆਇਆ ਤੇ ਆਪ ਮੁਹਾਰਾ ਹੀ ਬੋਲ ਪਿਆ, ਪੰਚਾਇਤ ਨੇ ਯਾਰ ਲਾਟੂ ਕਾਹਦੇ ਲਾਏ ਆ, ਸਾਨੂੰ ਤਾਂ ਜੂਨ ਕਰਨੀ ਔਖੀ ਹੋਈ ਪਈ ਹੈ। ਕਿਉਂ? ਬਲਬਾਂ ਵਾਲੀ ਤਾਂ ਗੱਲ ਤਾਂ ਵਧੀਆ, ਰਾਤ ਨੂੰ ਚਾਨਣ ਰਹਿੰਦਾ। ਉਹ ਅਸੀਂ ਚਾਨਣ ਨੂੰ ਥੈਲੀ ਤੇ ਰੱਖ ਕੇ ਚੱਟਣਾ। ਆ ਹੁਣ ਜਗੀਰ ਛੀਬੇ ਕਿਉਂ ਗੁੜ ਲਿਆਈ ਹੈ ਧੜੀ, ਦਾਰੂ ਪਿਆਉਣ ਵਾਲੇ, ਲੋਹੜੀ ਆਂਦੀ ਹੈ ਮੂਹਰੇ, ਜੁਆਕਾਂ ਦਾ ਮੇਲਾ ਬਣਾਉਣਾ। ਬਿੰਦਕੂ ਰੋਕਿਓ ਫੇਰ ਬੋਲਿਆ, ਹੁਣੇ ਹੀ ਫੜਾ ਕੇ ਆਉਣਾ ਕੰਜਰ ਦੇ ਪੀਪੇ ਥੰਮਣ ਨੂੰ। ਇੱਧਰਲੇ ਮੋੜ ਤੇ ਲਾਟੂ ਜਗੀ ਜਾਂਦਾ, ਊਂ ਹੀ ਚਿੱਟਾ ਦਿਨ ਬਣਿਆ ਪਿਆ। ਇੱਧਰ ਚਾਨਣੇ ਸਾਲੀ ਮੰਡੀਰ ਹਿੜ ਕਰੀ ਜਾਂਦੀ ਹੈ। ਦੱਸ ਸਾਨੂੰ ਤਾਂ ਸਿਆਪਾ ਖੜਾ ਕਰਤਾ। ਤੂੰ ਲਾਲ ਕੀ ਬੀਹੀ ਉੱਠ ਜਾ, ਇੱਧਰ ਦੀ ਤਾਂ 20 ਰਾਜ ਟੱਕਰਨਗੇ, ਐਵੇਂ ਸ਼ੱਕ ਹੁੰਦਾ ਫਰੂ। ਪਾੜੇ ਨੇ ਬਿੰਦ ਝੱਟ ਉਸ ਨਾਲ ਹਮਦਰਦੀ ਭਰੀਆਂ ਗੱਲਾਂ ਕੀਤੀਆਂ। ਫਿਰ ਉਹ ਬਾਰ ਬੰਦ ਕਰਕੇ ਅੰਦਰ ਚਲਾ ਗਿਆ। ਗਿੰਦਰ ਦਿਖਾਵੇ ਵਜੋਂ ਥੋੜ੍ਹਾ ਚਿਰ ਉੱਥੇ ਬੈਠਾ ਰਿਹਾ। ਦੂਜੇ ਦਿਨ ਪਟਾ ਗੁੰਮ ਹੋਣ ਬਾਰੇ ਘਰ ਵਿੱਚ ਰੌਲਾ ਪਿਆ। ਪਾੜੇ ਦੇ ਭੜਕ ਦੇ ਕੇ ਕੰਨ ਖੁੱਲ੍ਹ ਗਏ। ਉਸ ਸਿਆਣਪ ਅਨੁਸਾਰ ਪਹਿਲਾਂ ਦੁਕਾਨ ਤੋਂ ਪਤਾ ਕੀਤਾ ਕਿ ਰਾਤ ਦੀ ਗੱਲ ਤਾਂ ਛੱਡੋ, ਮਹੀਨੇ ਤੋਂ ਕੋਈ ਚੀਜ਼ ਨਹੀਂ ਗਈ ਉਹਨਾਂ ਦੇ। ਉਹਨੇ ਗਿੰਦਰ ਨਾਲ ਅੰਦਰ ਵੜ ਕੇ ਗੱਲ ਕੀਤੀ, ਪਰ ਉਹ ਅੱਗੋਂ ਪੈਰਾਂ 'ਤੇ ਪਾਣੀ ਨਾ ਪੈਣ ਦੇਵੇ ਤੇ ਆਖੀ ਜਾਵੇ, ਮੈਂ ਤਾਂ ਗੁੜ ਲਿਆਇਆ। ਦੁਕਾਨਦਾਰ ਨੇ ਵੀ ਕਹਿ ਦਿੱਤਾ ਅਸੀਂ ਗੁੜ ਨਹੀਂ ਦਿੱਤਾ। ਪਾੜਾ ਤਾਂ ਇੰਨੀ ਕਹਿ ਕੇ ਤੁਰ ਗਿਆ, ਚੰਗਾ ਤੇਰੀ ਮਰਜ਼ੀ, ਗੁਆਂਢ ਮੱਥੇ ਵਿਗਾੜ ਪਿਆ ਮਾੜਾ ਹੀ ਹੁੰਦਾ। ਮਗਰੋਂ ਮਹਿੰਦਰੋਂ ਨੇ ਉਹਨੂੰ ਤੱਤੀ ਆਵਾਜ਼ 'ਚ ਸਮਝਾਇਆ ਤੇ ਉਸ ਰਾਤ ਗਿੰਦਰ ਪਟਾ ਉਹਨਾਂ ਦੇ ਘਰ ਸੁੱਟ ਆਇਆ। ਗੋਰਾ ਇਸ ਵਾਰਦਾਤ 'ਚ ਨਾਲ ਸੀ, ਸੋ ਗੋਰੇ ਦਾ ਝੱਕ ਖੁੱਲ੍ਹਦਾ ਗਿਆ।
ਸਿਆਲ ਨਿਕਰੇ ਤੋਂ ਮਗਰੋਂ ਸਿਆਪਾ ਖੜਾ ਹੋ ਗਿਆ। ਗੋਰਾ ਹੁਣ ਤੱਕ ਵਾਹਵਾ ਲੰਡੋਰ ਹੋ ਚੁੱਕਾ ਸੀ। ਉਹਨਾਂ ਦੀ ਢਾਣੀ ਵਿੱਚ ਕਲਕੱਤੇ ਵਾਲਿਆਂ ਦਾ ਲਮਤੋਤਲ ਜਿਹਾ ਪਿੰਦਰ ਰਲ ਗਿਆ ਸੀ। ਵਿਸਾਖ ਚੜ੍ਹਨ 'ਤੇ ਵੀ ਪਾਲਾ ਅਜੇ ਜ਼ੋਰਾਂ ਉੱਤੇ ਸੀ। ਸਾਰੇ ਖੇਤ ਬਿਜਾਦ ਹੋਣ ਜਾਣ ਕਰਕੇ ਗੋਰੇ ਹੋਰੀ ਮੱਝਾਂ ਪਿੰਡ ਦੀਆਂ ਨਿਆਈਆਂ ਵਿੱਚ ਜਾ ਰਾਹਾਂ ਉੱਤੇ ਉੱਗੇ ਮਾੜੇ ਮੋਟੇ ਘਾਹ ਉੱਤੇ ਟਿਕਾਈ ਰੱਖਦੇ। ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਸਨ। ਸਕੂਲ ਦੇ ਗਰਾਊਂਡਾਂ ਵਿੱਚ ਭਾਵੇਂ ਇੰਨੀ ਘਾਹ ਨਹੀਂ ਸੀ, ਪਰ ਗੋਰੇ ਹੋਰਾਂ ਉੱਥੇ ਮਾਲ ਲਿਜਾ ਵਾੜਿਆ। ਪਹਿਲੇ ਦਿਨ ਤਾਂ ਉਹਨਾਂ ਫੁੱਲ ਬੂਟਿਆਂ ਦਾ ਨਾਸ ਪੁੱਟਿਆ। ਦੂਜੇ ਦਿਨ ਉਹਨਾਂ ਕਮਰਾ ਦੀ ਇੱਕ ਕਿਤੇ ਖੁੱਲ੍ਹੀ ਰਹਿ ਗਈ ਵਾਰੀ ਖਿਵਿਚਦੀ ਵੇਖਿਆ। ਕਮਰੇ ਦੇ ਦਰਵਾਜ਼ੇ ਮੂਹਰੇ ਵੱਡਾ ਮੇਜ਼ ਹੀ ਲਾਇਆ ਹੋਇਆ ਸੀ। ਲਮਤੋਤਲ ਪਿੰਦਰ ਨੇ ਧੱਕਾ ਮਾਰਿਆ। ਤਖਤੇ ਮਾੜਾ ਜਿਹਾ ਯਰਕੇ। ਫਿਰ ਜਦੋਂ ਉਹਨਾਂ ਸਹਿੰਦੇ ਸਹਿੰਦੇ ਜ਼ੋਰ ਨਾਲ ਤਖਤੇ ਨੂੰ ਧੱਕਿਆ ਤਾਂ ਮੇਜ਼ ਪਿੱਛੇ ਹਟ ਗਿਆ। ਅੰਦਰ ਵੜਨ ਤੋਂ ਪਹਿਲਾਂ ਉਹਨਾਂ ਆਲਾ ਦੁਆਲਾ ਤਾੜਿਆ। ਨੇੜੇ ਤੇੜੇ ਕੋਈ ਨਹੀਂ ਸੀ। ਅਲਮਾਰੀ ਵਿੱਚੋਂ ਉਹਨਾਂ ਗੁੜ ਤੇ ਭੁੱਜੇ ਹੋਏ ਦਾਣੇ ਕੱਢ ਲਏ ਤੇ ਤਿੰਨੇ ਚਾਲੇ ਅਲਮਾਰੀ ਮੂਹਰੇ ਖੜੋ ਕੇ ਦਾਣਿਆਂ ਦੇ ਫੱਕੇ ਮਾਰਨ ਲੱਗ ਪਏ। ਕੰਜਰ ਦਿਓ ਜੇ ਕੋਈ ਉੱਤੇ ਆ ਗਿਆ, ਗੋਰੇ ਨੇ ਗੁੜ ਉੱਤੇ ਦੰਦੀ ਵੜਦਿਆਂ ਕਿਹਾ। ਵੇਖੀ ਜਾਊ, ਉਹ ਉਦੋਂ ਸੋਚਾਂਗੇ, ਲਮਤੋਤਲ ਨੇ ਬਹੁਤੇ ਵਾਂਗ ਬੇਪਰਵਾਹੀ ਨਾਲ ਉੱਤਰ ਦਿੱਤਾ। ਦਾਣਿਆਂ ਦੇ ਫੱਕੇ ਮਾਰਦੇ ਤੇ ਗੁੜ 'ਚ ਬੋਲਦੇ ਉਹ ਮੇਲੇ ਆਈ ਢਾਣੀ ਵਾਂਗ ਲਾਚੜ ਰਹੇ ਸਨ। ਮਗਰੋਂ ਉਹਨਾਂ ਸੁੱਕੇ ਦੁੱਧ ਦੇ ਪਟੱਬੇ ਕਾਛੇ ਮਾਰ ਲਏ। ਫਿਰ ਜੋ ਵੀ ਉਹਨਾਂ ਦੇ ਹੱਥ ਆਇਆ ਉਹ ਸਭ ਕੁਝ ਉੱਥੋਂ ਖਿੱਚ ਤੁਰੇ। ਜਿੱਦੇ ਸਕੂਲ ਖੁੱਲ੍ਹਿਆ ਸਾਰਾ ਹੀ ਭਾਂਡਾ ਫੁੱਟ ਗਿਆ। ਕਮਰਿਆਂ ਵਿੱਚ ਇਉਂ ਖੋਰੂ ਪਾਇਆ ਹੋਇਆ ਸੀ ਜਿਵੇਂ ਇੱਥੇ ਗਿੱਦੜ ਮਾਰ ਬੈਠੇ ਹੋਣ। ਫਿਰ ਜਦੋਂ ਪਿੰਡ ਦੀ ਪੰਚਾਇਤ ਨੂੰ ਸੱਦ ਕੇ ਪੜਤਾਲ ਹੋਈ ਤਾਂ ਪਸ਼ੂ ਚਾਰਨ ਵਾਲੇ ਮੁੰਡੇ ਨੰਗੇ ਹੋ ਗਏ। ਅਧਿਆਪਕ ਤਾਂ ਅਜੇ ਇਸ ਮਸਲੇ ਬਾਰੇ ਕਚੀਰਾ ਹੀ ਕਰ ਰਹੇ ਸਨ। ਸਰਪੰਚ ਨੇ ਗੜਕੇ ਨਾਲ ਆਖਿਆ, ਇਉਂ ਨਹੀਂ ਜੀ ਕਹਾਣੀ ਫਿੱਟ ਬੈਠਣੀ। ਇਹਨਾਂ ਨੇ ਕਈ ਐਤਵਾਰ ਸੁੱਕੇ ਲੰਘਾਏ ਐ। ਤੁਸੀਂ ਹੁਣ ਕਿਹੜਾ ਸਾਨੂੰ ਤਾਣੀ ਨਹਿ ਵੀ ਲੈਣ ਦਿਓ। ਪੁਲਿਸ ਲਿਆ ਕੇ ਉਹਨਾਂ ਚਿਗਨੇਟ, ਤਿਕਨੀ ਤੇ ਲਮਤੋਤਲ ਪਿੰਦਰ ਨੂੰ ਫੜ ਲਿਆ। ਗੋਰਾ ਖੇਤ ਸੀ। ਜਦੋਂ ਉਹਨੂੰ ਕੱਦੂ ਨੇ ਦੱਸਿਆ ਉਹ ਮੈਲੇ ਲੀੜੀ ਨਾਨਕਿਆਂ ਨੂੰ ਨੱਠ ਗਿਆ। ਉੱਧਰ ਉਹ ਤਿੰਨੇ ਝਾਕ ਰਹੇ ਸਨ। ਉਹਨਾਂ ਦੀ ਜਵਾਬ ਤਲਬੀ ਹੋਣ ਲੱਗੀ ਤਾਂ ਥਾਣੇਦਾਰ ਨੇ ਵਡਿਆਉਂਦਿਆਂ ਪੁੱਛਿਆ, ਤੁਸੀਂ ਬਈ ਸਕੂਲ 'ਚ ਕੀ ਕਰਨ ਗਏ ਸੀ? ਅਸੀਂ ਤਾਂ ਜੀ ਬੜੇ ਹੀ ਨਹੀਂ, ਭਿੰਦਰ ਨੇ ਪੱਗ ਦਾ ਲੜ ਮੂੰਹ 'ਚ ਚਬਾਉਂਦਿਆਂ ਕਿਹਾ। ਨਾ ਉੱਥੇ ਹੋਰ ਤੁਹਾਡਾ ਬੁੜਾ ਕਲਕੱਤਿਓਂ ਆ ਕੇ ਖਰੂ ਪੈ ਗਿਆ। ਸਰਪੰਚ ਨੇ ਦੱਸਦੇ ਗੱਲ ਕਰਾਰ ਜਿਹੇ ਨਾਲ ਆਖੀ ਤਾਂ ਕੋਲ ਬੈਠੇ ਬੰਦੇ ਨੇ ਕਰਕੇ ਹੱਸ ਪਏ। ਕਿੰਨਾ ਚਿਰ ਸਿਰ ਖਪਾਈ ਤੋਂ ਬਾਅਦ ਜਦੋਂ ਉਹ ਪਲੋਸੇ ਨਾ ਹੀ ਸੂਤ ਆਏ, ਥਾਣੇਦਾਰ ਬੋਲਿਆ, ਹੁਣ ਫਿਰ ਸਰਪੰਚ ਸਾਹਿਬ ਕੀ ਇਲਾਜ ਬਣਾਈਏ? ਹੁਣ ਫਿਰ ਕੀ? ਸਰਪੰਚ ਨੇ ਰਫਲ ਦੋਹਾਂ ਹੱਥਾਂ ਵਿੱਚ ਫੜ ਕੇ ਗੋਡਿਆਂ ਦੇ ਵਿਚਾਲੇ ਰੱਖਦਿਆਂ ਆਖਿਆ, ਢਾਲੋ, ਜਿੰਨਾ ਚਿਰ ਮੰਨਦੇ ਨਹੀਂ ਕੁੜ-ਕੁੜ ਬੂੰਦੀ ਬਣਾ ਦਿਓ। ਬਹੁਤੇ ਬੰਦੇ ਸਰਪੰਚ ਦੀ ਗੱਲ 'ਤੇ ਹੱਸ ਪਏ। ਸਰਪੰਚ ਨੇ ਬੰਦਿਆਂ ਵੱਲ ਝਾਕਦਿਆਂ ਤੇ ਐਵੇਂ ਹੀ ਚਾਦਰੇ ਜੇ ਸੂਤ ਕਰਦਿਆਂ ਪੱਟਾਂ ਵਿਚਾਲੇ ਦਿੰਦਿਆਂ ਅੱਖਾਂ ਚੜਾ ਕੇ ਆਖਿਆ, ਹਾਂ ਯਾਰ, ਐਂ ਤਾਂ ਇਹਨਾਂ ਨੇ ਥੜੇ ਥੂ ਨਹੀਂ ਲੱਗਣ ਦੇਣਾ। ਨਾਲੇ ਕੱਲ੍ਹ ਨੂੰ ਹੋਰ ਨਹੀਂ ਤਾਂ ਬਿਰਲਾ ਚੂੜਾ ਹੀ ਉੱਥੇ ਜਾ ਵੜੂ। ਪਹਿਲਾਂ ਇਹਨਾਂ ਨੂੰ ਪੁੱਛਣ ਵਾਲਾ ਹੋਵੇ। ਤੇਲ ਦੇ ਬਾਪੂ ਨੇ ਗੜਕੇ ਨਾਲ ਆਖਿਆ, ਬਈ ਕੰਜਰ ਦਿਓ ਪੁੱਤੋ, ਜੇ ਰੱਖ ਹੀ ਉੱਠ ਕੇ ਫਸਲ ਨੂੰ ਚਿੰਬੜ ਗਏ ਤਾਂ ਫਿਰ ਸਾਰਿਆ ਹੀ ਪਿਆ। ਸਿਪਾਹੀ ਉੱਠ ਕੇ ਮੁੰਡਿਆਂ ਦੇ ਦੁਆਲੇ ਹੋ ਗਏ। ਜਦੋਂ ਉਹਨਾਂ ਚਾਰ ਡੰਡੇ ਚਿੱਤਰਾਂ 'ਤੇ ਵਰੇ ਤਾਂ ਉਹ ਕੰਬਣ ਤੇ ਚੀਕਾਂ ਮਾਰਨ ਲੱਗ ਪਏ। ਮਗਰੋਂ ਉਹਨਾਂ ਸਾਰਾ ਕੁਝ ਪੁੱਟ ਦੱਸ ਦਿੱਤਾ ਤੇ ਮਗਰੋਂ ਸਹਿੰਦਾ ਜਿਹਾ ਖਰਚਾ ਮੁੰਡਿਆਂ ਉੱਤੇ ਘਰਦਿਆਂ ਨੂੰ ਪਾ ਦਿੱਤਾ ਗਿਆ। ਬਹੁਤਿਆਂ ਦਾ ਖਿਆਲ ਸੀ ਕਿ ਘਰਦਿਆਂ ਦੇ ਇਹਦੇ ਵਿੱਚ ਕੀ ਕਸੂਰ ਹੈ, ਜਦ ਕਿਸੇ ਦੀ ਔਲਾਦ ਹੀ ਚੰਦਰੀ ਹੋਵੇ। ਨਾਲੇ ਜਵਾਕ ਦੱਸਦੇ ਥੋੜ੍ਹਾ ਹੈ ਬਈ ਬਾਹਰ ਕੀ ਚੰਦ ਚੜਾ ਕੇ ਆਏ ਹੈ। ਇਦੋਂ ਮਗਰੋਂ ਗੋਰਾ ਤਾਂ ਕਈ ਦਿਨ ਨਾਨਕਿਆਂ ਤੋਂ ਹੀ ਨਾ ਮੁੜਿਆ। ਪਸ਼ੂ ਚਾਰਨੇ ਬੰਦ ਹੋ ਗਏ। ਪੰਚਾਇਤ ਨੇ ਹੋਕਾ ਦੇ ਦਿੱਤਾ, ਜਿਹੜਾ ਵੀ ਸਕੂਲ ਲਾਗੇ ਮੱਝਾਂ ਲਈ ਫਿਰਦਾ ਦੇਖ ਲਿਆ ਉਹਨੂੰ 50 ਰੁਪਏ ਜੁਰਮਾਨਾ ਕੀਤਾ ਜਾਊ। ਤੇਲੂ ਦੇ ਬਾਪੂ ਨੇ ਗਿੰਦਰ ਨੂੰ ਸਮਝਾਇਆ, ਤੂੰ ਉਹਦੇ ਹੁਣੇ ਹੀ ਨੱਥ ਪਾ ਲਿਆ ਗਿੰਦਰ ਸਿਆ, ਨਹੀਂ ਔਖਾ ਹੋਏਗਾ। ਪਹਿਲਾਂ ਚੂੜਿਆਂ ਦੇ ਮੁੰਡੇ ਨਾਲ ਇਹਦੀ ਆੜੀ ਕਾਹਤੋਂ ਹੈ? ਉਹਨਾਂ ਸਾਲੇ ਗਿੱਟਨਾਂ ਨੇ ਰੂੜੀਆਂ 'ਤੇ ਫਿਰਨਾ, ਖਾਲੀ ਟਿੰਡਾਂ ਵਜਾਉਣੀਆਂ। ਜੱਟ ਦਾ ਚੂੜੇ ਨਾਲ ਮੇਲ ਹੀ ਕੀ ਹੈ? ਕੋਈ ਨਹੀਂ ਚਾਚਾ, ਵੜਦਿਆਂ ਫਾਹ ਇਹਦਾ, ਇੱਥੇ ਤਾਂ ਮੰਡੀਰ ਨਾਲ ਰਲ ਕੇ ਬਾਹਲਾ ਵਿਹਲਾ ਬਣ ਜਾਂਦਾ। ਆਓ ਆਓ, ਤੇਲ ਦਾ ਬਾਪੂ ਖੇਤ ਵੱਲ ਜਾਂਦਾ ਹੋਇਆ ਬੋਲਿਆ, ਜੇ ਹੁਣੇ ਹੀ ਕੋਈ ਉੱਤਾ ਵਾਚ ਲਏਗਾ ਤਾਂ ਬਈ ਰਹੇਗਾ, ਨਹੀਂ ਫਿਰ ਗੁਆਂਢੀਆਂ ਵਾਲਾ ਹਾਲ ਤਾਂ ਹੋਇਆ ਹੀ ਲੈ। ਉਹਨਾਂ ਨੇ ਮੇਰੇ ਸਾਲਿਆਂ ਨੇ ਜ਼ਮੀਨ 4 ਵਰਿਆਂ 'ਚ ਜਮ੍ਹਾਂ ਫੂਕਤੀ, ਐਨ ਘੇਰਾ ਬਣਾਤਾ। ਪਤਿਓਰਿਆਂ ਨੇ ਫੱਟੀ ਪੋਚੀ ਹੈ ਬਈ, ਕੁੜਮ ਕਬੀਲਾ ਗਾਂ ਯਾਦ ਰੱਖੂ। ਤੇ ਕਹਿੰਦਾ ਉਹ ਅਗਾਂਹ ਨਿਕਲ ਗਿਆ।